द वे फॉरवर्ड इस ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਅਮਰੀਕਾ ਵਿੱਚ ਟੌਪ ਸਕੂਲਸ ਵਿੱਚ ਜਾਣਾ ਇੱਕ ਅਮਰੀਕਨ ਡ੍ਰੀਮ ਹੈ, ਬਟ ਲੇਟਲੀ ਇਹ ਵੇਖਿਆ ਗਿਆ ਹੈ ਇਹ ਜਿਹੜਾ ਡ੍ਰੀਮ ਹੈ ਇੱਕ ਸੁਸਾਇਟੀ ਦੇ ਇੱਕ ਪਾਰਟਿਕੂਲਰ ਸੈਕਸ਼ਨ ਜਿਹੜੇ ਬਹੁਤ ਪੈਸੇ ਵਾਲੀ ਫੈਮਲੀਜ਼ ਜਾਂ ਬੜੀ ਇਨਫਲੂਐਂਸ ਵਾਲੀ ਫੈਮਲੀਜ਼ ਹਨ ਉਹਨਾਂ ਦੇ ਬੱਚਿਆਂ ਤੱਕ ਲਿਮਿਟਡ ਰਹਿ ਗਿਆ। ਬਟ ਸਾਡੇ ਕੋਲ ਸਾਡੀ ਕਮਿਊਨਿਟੀ ਦੇ ਹੋਣਹਾਰ ਨੌਜਵਾਨ ਤਰਨਜੀਤ ਸਿੰਘ ਇੱਥੇ ਅੱਜ ਮੌਜੂਦ ਹਨ, ਜਿਨ੍ਹਾਂ ਨੇ ਜਿਹੜੇ ਬੜੇ ਹੰਬਲ ਬੈਕਗਰਾਊਂਡ ਤੋਂ ਹਨ ਔਰ ਪਬਲਿਕ ਸਕੂਲਸ ਵਿੱਚ ਪੜ੍ਹ ਕੇ ਇਹ ਟੌਪ ਇੰਜੀਨੀਅਰਿੰਗ ਸਕੂਲ MIT ਮੈਸਾਚੂਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਇਹਨਾਂ ਨੇ ਆਪਣੀ ਇੰਜੀਨੀਅਰਿੰਗ ਕੀਤੀ ਹੈ ਔਰ ਹੁਣ ਪਾਸ ਆਊਟ ਹੋ ਕੇ ਫਾਈਨੈਂਸ ਦੀ ਦੁਨੀਆ ਵਿੱਚ ਇੱਕ ਟੌਪ ਲੈਵਲ 'ਤੇ ਪਹੁੰਚੇ ਹੋਏ ਹਨ। ਅਸੀਂ ਅੱਜ ਗੱਲ ਕਰਾਂਗੇ। ਅਸੀਂ ਸਵਾਗਤ ਕਰਦੇ ਹਾਂ ਤਰਨਜੀਤ ਸਿੰਘ। ਥੈਂਕ ਯੂ। ਤਰਨਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਤਰਨਜੀਤ ਸਿੰਘ ਜੀ, ਸਾਨੂੰ ਆਪਣੇ ਬਾਰੇ ਕੁਝ ਪਹਿਲਾਂ ਦੱਸੋ ਕਿ ਤੁਸੀਂ ਇਸ ਕੰਟਰੀ 'ਚ ਕਦ ਆਏ? ਮੈਂ 2010 ਵਿੱਚ ਨਿਊਯਾਰਕ ਆਇਆ, ਪੰਜਾਬ ਤੋਂ। ਬੌਰਨ ਪਿੰਡ ਰੋਲੀ ਕਲਾਂ 'ਚ ਹੋਇਆ ਜੀ। ਹਾਂਜੀ। ਤੇ ਤੁਸੀਂ ਆਪਣੀ ਫੈਮਿਲੀ ਬੈਕਗਰਾਉਂਡ ਦੇ ਬਾਰੇ ਕੁਝ ਦੱਸੋਗੇ ਸਾਨੂੰ? ਹਾਂਜੀ, ਜਦੋਂ 2010 ਵਿੱਚ ਆਇਆ ਸੀ, ਜਦੋਂ ਪਾਪਾ ਗੈਸ ਸਟੇਸ਼ਨ 'ਤੇ ਕੰਮ ਕਰਨਾ ਉਹਨਾਂ ਨੇ ਸ਼ੁਰੂ ਕੀਤਾ, ਉਹ ਤੋਂ ਨਾਲ ਮੰਮੀ 2-3 ਫੈਮਲੀਆਂ ਲਈ ਕੁਕਿੰਗ ਕਰਦੇ ਸੀ। ਅਤੇ ਮੈਂ ਇੱਥੇ ਪਬਲਿਕ ਹਾਈ ਸਕੂਲ ਵਿਲੀਅਮ ਕੁਲਨ ਬ੍ਰਾਇੰਟ ਹਾਈ ਸਕੂਲ ਗਿਆ, ਉੱਥੇ 4 ਸਾਲ ਸਪੈਂਡ ਕੀਤੇ, ਕਿਉਂਕਿ 14 ਸਾਲ ਦਾ ਸੀ ਜਦੋਂ ਮੈਂ ਆਇਆ ਸੀ। 9th grade ਵਿੱਚ ਉੱਥੇ ਮੈਂ ਸ਼ੁਰੂ ਕੀਤਾ। ਹਾਂਜੀ। ਅਤੇ ਤਰਨਜੀਤ ਸਿੰਘ ਜੀ, ਇਹ 9th grade ਵਿੱਚ ਤੁਸੀਂ ਇੱਥੇ ਆਏ ਹੋ, ਪਬਲਿਕ ਸਕੂਲ ਵਿੱਚ ਤੁਸੀਂ ਸਕੂਲਿੰਗ ਕੀਤੀ ਹੈ ਔਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਇਹ MIT ਤੱਕ ਦਾ ਸਫ਼ਰ ਹੈ, ਹਾਂਜੀ, ਇਹ ਕਿਵੇਂ ਤੈਅ ਹੁੰਦਾ? ਸਾਨੂੰ ਇਸ ਬਾਰੇ ਕੁਝ ਦੱਸੋ। ਇਹ ਮੈਨੂੰ ਜਦੋਂ ਮੈਂ 9th grade 'ਚ ਆਇਆ ਸੀ ਅਤੇ ਟੌਪ ਯੂਨੀਵਰਸਿਟੀਜ਼ ਬਾਰੇ ਪਤਾ ਨਹੀਂ ਸੀ ਕੁਛ ਵੀ ਕਿ ਕਿਹੜੀ ਯੂਨੀਵਰਸਿਟੀਜ਼ ਚੰਗੀਆਂ ਹੈ ਅਤੇ ਕਿਹਦੇ ਵਾਸਤੇ ਚੰਗੀਆਂ ਹੈ। ਤਾਂ ਉਹਦੇ ਜਦੋਂ 9th grade ਮੈਨੂੰ ਚੇਤਾ ਹੈ ਕਿ ਜਦੋਂ ਰਿਜ਼ਲਟ ਲੈਣ ਗਿਆ ਸੀ ਤਾਂ ਉਦੋਂ ਫਿਰ ਮੈਥ ਵਿੱਚ ਨੰਬਰ ਦੇਖ ਕੇ ਇੱਕ ਟੀਚਰ ਨੇ ਕਿਹਾ ਸੀ ਕਿ ਤੈਨੂੰ MIT ਲਈ ਅਪਲਾਈ ਕਰਨਾ ਚਾਹੀਦਾ ਆ। ਫਿਰ ਉਸ ਤੋਂ ਬਾਅਦ ਹੌਲੀ ਹੌਲੀ 10th grade ਵਿੱਚ ਪੜ੍ਹਿਆ ਕਿ ਕਿੱਥੇ ਅਪਲਾਈ ਕਰਨਾ ਹੈ, ਕਿੱਦਾਂ ਕਰਨਾ ਹੈ। ਨਾਲ ਟੀਚਰਸ ਦੀ ਗਾਈਡੈਂਸ ਲਈ ਟੀਚਰਸ ਨੇ ਬਹੁਤ ਹੈਲਪ ਕੀਤੀ। ਉਹਨਾਂ ਨੇ ਦੇਖਿਆ ਕਿ ਜਿਹੜਾ ਹਾਈ ਸਕੂਲ ਸੀ ਉਹ ਇੰਨਾ ਖਾਸ ਰੈਕਗਨਾਈਜ਼ ਸਕੂਲ ਨਹੀਂ ਸੀ, ਪਰ ਫਿਰ ਵੀ ਟੀਚਰਸ ਬਹੁਤ ਵਧੀਆ ਸੀ। ਅਤੇ ਫਿਰ ਟੀਚਰਸ ਨਾਲ ਆਊਟਸਾਈਡ ਕਲਾਸ ਵੀ ਬਥੇਰਾ ਕੰਮ ਕੀਤਾ, ਪ੍ਰੋਜੈਕਟਸ 'ਤੇ ਕੰਮ ਕੀਤਾ। ਅਤੇ ਫਿਰ ਉਹਨਾਂ ਨੇ ਇਨਕਰੇਜ ਕੀਤਾ ਕਿ ਹਾਂ ਤੂੰ ਕਰ ਸਕਦਾ ਹੈ। ਅਤੇ ਨਾਲੇ ਸਾਰੀ ਸਕਾਲਰਸ਼ਿਪਸ ਬਾਰੇ ਦੱਸਿਆ ਕਿ ਕਿਹੜੀ ਸਕਾਲਰਸ਼ਿਪਸ ਅਵੇਲੇਬਲ ਆ, ਈਵਨ ਦੋ ਕਿ ਫਾਈਨੈਂਸ਼ਲੀ ਤੁਸੀਂ ਅਫੋਰਡ ਨਹੀਂ ਕਰ ਸਕਦੇ, ਕਿਉਂਕਿ MIT ਪਰ ਈਅਰ ਤੁਹਾਨੂੰ ਅਬਾਊਟ $65,000 a year ਚਾਹੀਦਾ ਆ, ਅਤੇ ਦੈਟਸ $250,000 ਫॉर ਓਵਰ ਦ 4 years। ਅਤੇ ਇਸ ਕਰਕੇ ਫਿਰ ਉਹਨਾਂ ਨੇ ਸਾਰਾ ਪੂਰਾ ਗਾਈਡ ਕੀਤਾ ਕਿ ਕਿੱਥੇ ਕੀ ਕਰਨਾ ਚਾਹੀਦਾ, ਕਿੱਦਾਂ ਕਰਨਾ ਚਾਹੀਦਾ। ਅਤੇ ਇਹ ਤੁਸੀਂ ਜਿਹੜੀ MIT 'ਚ ਪੜ੍ਹਾਈ ਕੀਤੀ ਹੈ, ਤੁਸੀਂ ਇਹ ਸਕਾਲਰਸ਼ਿਪ 'ਤੇ ਕੀਤੀ ਹੈ? ਹਾਂਜੀ, ਫੁੱਲ 4 years। ਕਿਹੜੀ ਸਕਾਲਰਸ਼ਿਪ 'ਤੇ? ਸਕਾਲਰਸ਼ਿਪ ਇੱਕ ਕੁਐਸਟਬ੍ਰਿਜ ਆਰਗੇਨਾਈਜੇਸ਼ਨ ਆ, ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਜਿਹੜੇ ਲੋ ਇਨਕਮ ਫੈਮਲੀਜ਼ ਨੂੰ ਪਿਕ ਕਰਕੇ ਉਹਨਾਂ ਨੂੰ ਟੌਪ ਕਾਲਜ ਵਿੱਚ ਲੈ ਕੇ ਜਾਂਦੇ ਆ। ਉਹਨਾਂ ਦਾ ਮੇਨ ਮੋਟਿਵ ਇਹ ਹੈ ਕਿ ਜਿਹੜੇ ਟੌਪ ਜਿਹਨੂੰ ਕਹਿ ਦਿੰਦੇ ਆ ਕਿ ਬਿਲੋ ਪਾਵਰਟੀ ਲਾਈਨਸ ਜਿਹੜੀ ਫੈਮਲੀਜ਼ ਆ, ਉਹਨਾਂ 'ਚ ਵੀ ਬਹੁਤ ਟੈਲੈਂਟ ਹੈਗਾ ਆ, ਜਿਹੜਾ ਪਰ ਕਾਲਜ ਵਿੱਚ ਰਿਪਰੈਜ਼ੈਂਟ ਹੁੰਦਾ ਹੈ ਜਿਹੜੇ ਟੌਪ 1% ਜਿਨ੍ਹਾਂ ਕੋਲ ਰਿਸੋਰਸਿਸ ਸਾਰੇ ਹੈਗੇ ਆ, ਜਿਹੜੇ ਸਾਰੇ ਪੈਸਾ ਲਗਾ ਸਕਦੇ ਆ, ਜਿਹੜੇ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪਾਉਂਦੇ ਆ ਅਤੇ ਨਰਿਸ਼ ਕਰਦੇ ਆ, ਕਿਉਂਕਿ ਉਹਨਾਂ ਦਾ ਏਮ ਪਹਿਲੇ ਦਿਨ ਤੋਂ ਏਮ ਹੁੰਦਾ ਕਿ ਅਸੀਂ ਆਹ ਵਾਲੀ ਯੂਨੀਵਰਸਿਟੀ ਆਪਣੇ ਬੱਚੇ ਨੂੰ ਭੇਜਣਾ ਆ। ਇਸ ਕਰਕੇ ਫਿਰ ਇਸ ਕੁਐਸਟਬ੍ਰਿਜ ਦਾ ਮੋਟਿਵ ਇਹ ਹੈ ਕਿ ਅਸੀਂ ਲੋਅਰ ਇਨਕਮ ਫੈਮਲੀਜ਼ ਤੋਂ ਬੱਚਿਆਂ ਨੂੰ ਪਿਕ ਕਰਕੇ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਆ। ਤਾਂ ਫਿਰ ਉਹ ਕੀ ਤੁਸੀਂ ਕੁਐਸਟਬ੍ਰਿਜ ਲਈ ਕਿੱਦਾਂ ਅਪਲਾਈ ਕਰਦੇ ਆ? ਤੁਸੀਂ ਉਹਨਾਂ ਦੀ ਸੈਪਰੇਟ ਐਪਲੀਕੇਸ਼ਨ ਹੁੰਦੀ ਆ, ਜੋ ਬਾਕੀ ਰੈਗੂਲਰ ਕਾਲਜਿਸ ਦੀ ਐਪਲੀਕੇਸ਼ਨ ਦਸੰਬਰ 'ਚ ਹੁੰਦੀ ਆ, ਪਰ ਕੁਐਸਟਬ੍ਰਿਜ ਦੀ ਐਪਲੀਕੇਸ਼ਨ ਡੈਡਲਾਈਨ ਸੈਪਟੰਬਰ 'ਚ ਹੁੰਦੀ ਆ। ਅਤੇ ਫਿਰ ਤੁਸੀਂ ਫਸਟ ਕੁਐਸਟਬ੍ਰਿਜ ਲਈ ਅਪਲਾਈ ਕਰਦੇ ਆ, ਅਤੇ ਜਦੋਂ ਤੁਸੀਂ ਐਕਸੈਪਟ ਹੋ ਜਾਂਦੇ ਆ, ਉਹਨਾਂ ਦੇ 40 ਡਿਫਰੈਂਟ ਪਾਰਟਨਰਸ ਆ, ਅਤੇ ਪਾਰਟਨਰ ਯੂਨੀਵਰਸਿਟੀਜ਼ ਆ, ਸਾਰੇ ਟੌਪ ਯੂਨੀਵਰਸਿਟੀਆਂ ਦੇ ਪਾਰਟਨਰਸ ਆ। ਸੋ ਵਨਸ ਯੂ ਗੈਟ ਇਨਟੂ ਕੁਐਸਟਬ੍ਰਿਜ, ਤੁਸੀਂ ਫਿਰ ਜਦੋਂ ਉਹਨਾਂ ਦੇ ਰੈਗੂਲਰ ਕਾਲਜ ਨੂੰ ਅਪਲਾਈ ਕਰਦੇ ਆ, ਇਫ ਯੂ ਗੈਟ ਇਨਟੂ ਐਨੀ ਆਫ ਦੋਜ਼ ਕਾਲਜਿਸ, ਤੁਹਾਨੂੰ ਫਿਰ ਫੁੱਲ 4 year ਸਕਾਲਰਸ਼ਿਪ ਮਿਲ ਜਾਂਦੀ ਆ। ਅਤੇ ਇਸ ਦੇ ਵਿੱਚ ਤੁਸੀਂ ਦੱਸਿਆ ਕਿ ਇੱਕ ਜਿਹੜੀ ਐਲੀਜੀਬਿਲਿਟੀ ਹੈ ਉਹ ਤੁਹਾਡੀ ਜਿਹੜਾ ਇਕਨੋਮਿਕ ਸਟੇਟਸ ਹੈਗਾ ਫੈਮਿਲੀ ਦਾ, ਅਤੇ ਉਸ ਦੇ ਇਲਾਵਾ ਮੈਰਿਟ ਵੀ ਵੇਖਦੇ ਨੇ? ਹਾਂਜੀ, ਮੈਰਿਟ ਤਾਂ ਕਿਉਂਕਿ ਉਹਨਾਂ ਨੇ ਉਹ ਬੱਚੇ ਪਿਕ ਕਰਨੇ ਆ ਜਿਹੜੇ ਉਹ ਸੋਚਦੇ ਆ ਕਿ ਅੱਗੇ ਜਾ ਕੇ ਟੌਪ ਯੂਨੀਵਰਸਿਟੀ ਐਕਸੈਪਟ ਹੋ ਸਕਦੇ ਆ, ਕਿਉਂਕਿ ਉਹ ਤਾਂ ਇੱਕ ਸੈਪਰੇਟ ਡਿਸੀਜਨ ਹੈ ਨਾ। ਉਹਨਾਂ ਦਾ ਮੇਨ ਮਕਸਦ ਇਹ ਹੈ ਕਿ ਅਸੀਂ ਡਾਇਵਰਸਿਟੀ ਕ੍ਰੀਏਟ ਕਰਨੀ ਯੂਨੀਵਰਸਿਟੀਜ਼ ਵਿੱਚ, ਅਤੇ ਲੋ ਇਨਕਮ ਫੈਮਲੀਜ਼ ਦੇ ਬੱਚਿਆਂ ਨੂੰ ਇਨਕਰੇਜ ਕਰਨਾ ਆ, ਪਰ ਉਹ ਬੱਚਿਆਂ ਨੂੰ ਪਿਕ ਕਰਨਾ ਹੈ ਜਿਹੜੇ
ਐਕਸੈਪਟ ਹੋ ਸਕਦੇ ਆ ਜਿਨ੍ਹਾਂ ਨੇ ਡੈਮੋਨਸਟ੍ਰੇਟ ਕੀਤੀ ਹੈ ਐਬਿਲਿਟੀ ਜੀ ਹਾਂਜੀ ਤੇ ਉਹ ਇੱਕ ਸੋਰਸ ਆਫ ਇੱਕ ਇਨਕਰੇਜਮੈਂਟ ਆ ਦਿੰਦੇ ਆ ਤੇ ਨਾਲੇ ਫਿਰ ਜੋ ਤੁਸੀਂ ਯੂਨੀਵਰਸਿਟੀਜ਼ ਜਾਂਦੇ ਆ ਤਾਂ ਉਹ ਰੈਕਗਨਾਈਜ਼ਡ ਇਹ ਆਰਗੇਨਾਈਜੇਸ਼ਨ ਆ ਇਸ ਕਰਕੇ ਜਦੋਂ ਉਹਨਾਂ ਨੇ ਦੇਖਣਾ ਕਿ ਆ ਬੱਚਾ ਇਹ ਮੈਰਿਟ ਤੇ ਵੀ ਹੈਗਾ ਆ ਤੇ ਨਾਲ ਕੁਐਸਟਬ੍ਰਿਜ ਸਕਾਲਰ ਵੀ ਆ ਮਤਲਬ ਇਨ ਸਟਰਗਲ ਕੀਤੀ ਹੈ ਜਦੋਂ ਪੜ੍ਹਾਈ ਵਿੱਚ ਇਹਨੂੰ ਪੂਰੇ ਬੈਕਗਰਾਊਂਡ ਨਹੀਂ ਇਹਦਾ ਐਜੂਕੇਸ਼ਨ ਲਈ ਹੈਗਾ ਸੀ ਇਸ ਕਰਕੇ ਉਹ ਫਿਰ ਤੁਹਾਨੂੰ ਇੱਕ ਡਿਫਰੈਂਟ ਨਜ਼ਰ ਨਾਲ ਦੇਖਦੇ ਆ ਤੁਹਾਨੂੰ ਜ਼ਿਆਦਾ ਪ੍ਰੈਫਰ ਕਰੂਗੇ ਕਿਉਂਕਿ ਉਹਨਾਂ ਨੇ ਅੱਜ ਕੱਲ੍ਹ ਯੂਨੀਵਰਸਿਟੀਜ਼ ਦਾ ਮਕਸਦ ਇਹ ਹੈ ਕਿ ਅਸੀਂ ਟੌਪ 1% ਨੂੰ ਛੱਡ ਕੇ ਵੀ ਬਾਕੀ ਹੋਰ ਡਾਇਵਰਸਿਟੀ ਕ੍ਰੀਏਟ ਕਰਨੀ ਹੈ ਫਿਰ ਉਹ ਫੈਕਟਰ ਤੁਹਾਨੂੰ ਬਹੁਤ ਇੰਪੋਰਟੈਂਟ ਪਲੇ ਕਰ ਜਾਂਦਾ ਹੈ ਬਿਲਕੁਲ ਅਤੇ ਤਰਨਜੀਤ ਜੀ ਅਸੀਂ ਸਾਡੀ ਹਾਲੇ ਵੀ ਇੱਕ ਕਮਿਊਨਿਟੀ ਇੱਕ ਇਮੀਗ੍ਰੈਂਟ ਕਮਿਊਨਿਟੀ ਹੈ ਸਾਡੀ ਫੈਮਲੀਜ਼ ਨੂੰ ਸਾਡੇ ਬੱਚਿਆਂ ਨੂੰ ਇਹ ਜਿਹੜੇ ਰਿਸੋਰਸਿਸ ਅਵੇਲੇਬਲ ਹਨ ਇਹਨਾਂ ਦੇ ਬਾਰੇ ਨਹੀਂ ਪਤਾ ਹੁੰਦਾ ਔਰ ਸਾਡਾ ਤੁਹਾਨੂੰ ਬੁਲਾਉਣ 'ਚ ਇੱਕ ਪਰਪਜ਼ ਇਹ ਹੈ ਕਿ ਤੁਸੀਂ ਇਹ ਜਿਹੜੀ ਇਨਫੋਰਮੇਸ਼ਨ ਜੋ ਤੁਹਾਡੇ ਕੋਲ ਹੈ ਇਹ ਸ਼ੇਅਰ ਕਰੋ ਤੁਸੀਂ ਸਾਡੇ ਬੱਚਿਆਂ ਨਾਲ ਅਤੇ ਤੁਸੀਂ ਸਾਨੂੰ ਦੱਸੋਗੇ ਕਿ ਹੋਰ ਇੱਦਾਂ ਦੀ ਕਿਹੜੀ ਸਕੋਲਰਸ਼ਿਪਸ ਹਨ ਜਿਹੜੇ ਸਾਡੀ ਕਮਿਊਨਿਟੀ ਦੇ ਬੱਚੇ ਅਵੇਲ ਕਰ ਸਕਦੇ ਨੇ ਹਾਂ ਇੱਕ ਹੋਰ ਸਕੋਲਰਸ਼ਿਪ ਹੈ ਪੋਸੀ ਸਕੋਲਰਸ਼ਿਪ ਉਹਨਾਂ ਦੇ ਵੀ ਡਿਫਰੈਂਟ ਪਾਰਟਨਰ ਯੂਨੀਵਰਸਿਟੀਜ਼ ਹੈ ਉਹਨਾਂ ਦਾ ਡਿਫਰੈਂਟ ਐਪਲੀਕੇਸ਼ਨ ਪ੍ਰੋਸੈਸ ਹੈ ਪਰ ਹੋਰ ਸਕੋਲਰਸ਼ਿਪਸ ਤੋਂ ਇਲਾਵਾ ਬਹੁਤੇ ਬੱਚਿਆਂ ਨੂੰ ਨਹੀਂ ਪਤਾ ਕਿ ਜਿਹੜੇ ਟੌਪ ਯੂਨੀਵਰਸਿਟੀਜ਼ ਹੈ ਹਾਰਵਰਡ MIT ਸਟੈਨਫੋਰਡ ਯੇਲ ਇਹਨਾਂ 'ਚ ਜੇ ਤੁਸੀਂ ਐਕਸੈਪਟ ਹੋ ਵੀ ਜਾਂਦੇ ਆ ਵਿਦਆਊਟ ਐਨੀ ਸਕੋਲਰਸ਼ਿਪ ਉਹ ਫਾਈਨੈਂਸ਼ੀਅਲ ਏਡ ਉਹਨਾਂ ਦੀ ਇੰਨੀ ਜਨਰਸ ਆ ਕਿ ਇਫ ਤੇ ਤੁਹਾਡੀ ਫੈਮਿਲੀ ਇਨਕਮ $75,000 ਤੋਂ ਘੱਟ ਆ ਤੁਹਾਨੂੰ ਫੁੱਲ 4 ਈਅਰ ਗਾਰੰਟੀ ਕਰ ਹੀ ਦਿੰਦੇ ਆ ਅਤੇ ਉਹ ਕਿਉਂਕਿ ਉਹਨਾਂ ਨੂੰ ਤਾਂ ਟੈਲੈਂਟ ਚਾਹੀਦਾ ਉਹਨਾਂ ਨੂੰ ਇਹ ਨਹੀਂ ਦੇਖਣਾ ਕਿ ਅਸੀਂ ਤੋਂ ਪੈਸੇ ਲੈਣੇ ਉਹਨਾਂ ਕੋਲ ਐਂਡਾਊਮੈਂਟ ਫੰਡ 'ਚ ਬਥੇਰੇ ਪੈਸੇ ਆ ਇਸ ਕਰਕੇ ਤੁਸੀਂ ਇਹ ਨਾ ਸੋਚੋ ਕਿ ਮੈਂ ਇਸ ਟੌਪ ਯੂਨੀਵਰਸਿਟੀ 'ਚ ਜਾਣਾ ਹੈ ਅਤੇ ਮੈਂ ਇੱਥੇ ਕਿੱਦਾਂ ਅਫੋਰਡ ਕਰ ਸਕਦਾ ਉਹ ਚੀਜ਼ ਉਹਨਾਂ ਨੇ ਤੁਸੀਂ ਐਕਸੈਪਟ ਹੋ ਜਾਓ ਤੁਹਾਨੂੰ ਚੀਜ਼ ਜ਼ਰੂਰ ਮਿਲ ਸਕਦੀ ਆ ਜ਼ਰੂਰ ਤਰਨਜੀਤ ਜੀ ਤੁਸੀਂ ਸਾਨੂੰ ਦੱਸੋਗੇ ਜੋ ਸਾਡੇ ਬੱਚੇ ਐਸਪਾਇਰਿੰਗ ਹਨ ਕਿ ਉਹ ਇਨ ਕਾਲਜਿਸ ਵਿੱਚ ਜਾਣਾ ਚਾਹੁੰਦੇ ਨੇ ਹਾਂਜੀ ਔਰ ਜਿਹੜੇ ਇਸ ਵੇਲੇ 9th 10th ਔਰ ਲੇਟਰ ਪਾਰਟ ਆਫ ਮਿਡਲ ਸਕੂਲ ਹਨ ਉਹ ਐਸੀ ਕੀ ਚੀਜ਼ਾਂ ਇਸ ਵੇਲੇ ਕਰ ਸਕਦੇ ਹਨ ਜਿਸ ਦੇ ਨਾਲ ਉਹਨਾਂ ਦੀ ਜਿਹੜੀ ਐਪਲੀਕੇਸ਼ਨਸ ਹਨ ਉਹ ਜ਼ਿਆਦਾ ਸਟਰੋਂਗ ਹੁੰਦੀਆਂ ਇਨ ਸਕੂਲਸ ਵਿੱਚ ਐਡਮਿਸ਼ਨ ਵਾਸਤੇ ਹਾਂਜੀ ਹਰੇਕ ਤੁਸੀਂ ਮੰਨੋਗੇ ਨਹੀਂ ਪਰ ਹਰੇਕ ਬੱਚੇ 'ਚ ਕੁਛ ਨਾ ਕੁਛ ਪੈਸ਼ਨ ਹੁੰਦਾ ਜਿਹੜਾ ਕਰਨਾ ਚਾਹੁੰਦਾ ਆ ਮੈਂ ਚੇਤਾ ਛੋਟਾ ਹੁੰਦਾ ਉਦੋਂ ਤਾਂ ਘਰਦਿਆਂ ਤੋਂ ਝਿੜਕਾਂ ਖਾਈਦੀਆਂ ਹੁੰਦੀਆਂ ਸੀ ਜਦੋਂ ਵੀ ਕੋਈ ਖਿਡੌਣਾ ਮਿਲਦਾ ਹੁੰਦਾ ਸੀ ਮੈਂ ਉਹਨੂੰ ਤੋੜ ਕੇ ਪਹਿਲਾਂ ਉਹਦੀ ਮੋਟਰ ਕੱਢਦਾ ਹੁੰਦਾ ਸੀ ਅਤੇ ਉਹਦਾ ਮੋਟਰ ਕੱਢ ਕੇ ਉਹਨਾਂ ਖੇਲਣਾ ਉਹਦੀ ਹੋਰ ਚੀਜ਼ਾਂ ਬਣਾਉਣੀਆਂ ਅਤੇ ਫਿਰ ਇਹ ਮੈਨੂੰ ਸ਼ੁਰੂ ਤੋਂ ਸ਼ੌਂਕ ਸੀ ਕਿ ਮੈਂ ਚੀਜ਼ਾਂ ਬਣਾਉਣੀਆਂ ਤੋੜਨੀਆਂ ਬਣਾਉਣੀਆਂ ਅਤੇ ਇਸ ਕਰਕੇ ਫਿਰ 9th 10th 'ਚ ਆ ਕੇ ਫਿਰ ਮੈਂ ਜਦੋਂ ਟੀਚਰਸ ਨੇ ਦੱਸਿਆ ਕਿ ਇੱਕ ਰੋਬੋਟਿਕਸ ਕੰਪੀਟੀਸ਼ਨ ਆ ਤਾਂ ਫਿਰ ਮੈਂ ਹਾਈ ਸਕੂਲ 'ਚ ਟੀਚਰਸ ਨਾਲ ਮਿਲ ਕੇ ਟੀਮ ਤਿਆਰ ਸ਼ੁਰੂ ਕੀਤੀ ਜਿਸ 'ਚ ਅਸੀਂ 6 ਹਫ਼ਤਿਆਂ 'ਚ ਇੱਕ ਰੋਬੋਟ ਤਿਆਰ ਕੀਤਾ ਜਿਹੜਾ ਅਸੀਂ ਫਿਰ ਕੰਪੀਟੀਸ਼ਨ ਵੀ ਗਏ ਜਿੱਤਿਆ ਵੀ ਨੈਸ਼ਨਲਸ ਵਿੱਚ ਵੀ ਗਏ ਅਤੇ ਇੱਦਾਂ ਦੇ ਜਦੋਂ ਤੁਸੀਂ ਘਰ ਬੈਠੇ ਆ ਸਮਰ ਆਉਣੇ ਵਾਲੀ ਹੈ ਤੁਸੀਂ ਕੋਈ ਆਪਣਾ ਜੋ ਵੀ ਤੁਹਾਨੂੰ ਚੰਗਾ ਲੱਗਦੀ ਚੀਜ਼ ਉਹਨੂੰ ਕਰੋ ਉਹਨੂੰ ਛੋਟਾ ਜਿਹਾ ਕੋਈ ਪ੍ਰੋਜੈਕਟ ਤਿਆਰ ਕਰੋ ਅਤੇ ਫਿਰ ਤੁਸੀਂ ਜਿਹੜੀ ਯੂਨੀਵਰਸਿਟੀ ਜਾਣਾ ਚਾਹੁੰਦੇ ਹੋ ਉੱਥੇ ਦੇ ਪ੍ਰੋਫੈਸਰਸ ਬਹੁਤ ਐਕਸੈਸਿਬਲ ਆ ਮੈਨੂੰ ਕਿੰਨਿਆਂ ਨਾਲ ਮਿਲਿਆ ਗਿਆ ਗੱਲ ਕੀਤੀ ਆ ਬਹੁਤ ਜ਼ਿਆਦਾ ਐਕਸੈਸਿਬਲ ਹੈ ਅਤੇ ਉਹਨਾਂ ਨੂੰ ਜਿਹੜੇ ਬੱਚੇ ਐਕਸਪਾਇਰਿੰਗ ਆ ਉਹਨਾਂ ਨੂੰ ਨਾਲ ਕੰਮ ਕਰਨਾ ਬਹੁਤ ਚੰਗਾ ਲੱਗਦਾ ਆ ਇਸ ਕਰਕੇ ਫਿਰ ਤੁਸੀਂ ਕੋਈ ਵੀ ਪ੍ਰੋਜੈਕਟ ਤਿਆਰ ਕਰੋ ਫਿਰ ਉਹਨਾਂ ਨੂੰ ਤੁਸੀਂ ਈਮੇਲ ਕਰ ਸਕਦੇ ਆ ਕੋਈ ਵੀ ਪ੍ਰੋਫੈਸਰ ਨੂੰ 2-3 ਜਣਿਆਂ ਨੂੰ ਕਰੋ ਇੱਕ ਜਣਾ ਜ਼ਰੂਰ ਰਿਪਲਾਈ ਕਰੂਗਾ ਕਿ ਮੈਂ ਆਹ ਚੀਜ਼ ਆਹ ਪ੍ਰੋਜੈਕਟ ਤਿਆਰ ਕੀਤਾ ਆ ਮੈਨੂੰ ਅੱਗੇ ਕਰਨਾ ਚਾਹੁੰਦਾ ਅਤੇ ਗਾਈਡੈਂਸ ਮਿਲਦੀ ਆ ਫਿਰ ਉਸ ਚੀਜ਼ ਬਾਅਦ ਜਦੋਂ ਹੁਣ ਤਾਂ ਉਹ ਤਾਂ ਛੋਟਾ ਜਿਹਾ ਪ੍ਰੋਜੈਕਟ ਹੈ ਉਹਨੂੰ ਤੁਹਾਨੂੰ ਇੱਕ ਨੌਲੇਜ ਗੇਨ ਹੋਈ ਇੱਕ ਤੁਸੀਂ ਪ੍ਰੋਫੈਸਰ ਨਾਲ ਤੁਹਾਡੀ ਇੱਕ ਰਿਲੇਸ਼ਨਸ਼ਿਪ ਬਣੀ ਆ ਫਿਰ ਜਦੋਂ ਅਪਲਾਈ ਕਰਨਾ ਹੈ ਫਿਰ ਤੁਸੀਂ ਉਹ ਰੈਫਰ ਕਰ ਸਕਦੇ ਕਿ ਮੈਂ ਹਾਂਜੀ ਤੁਹਾਡੇ ਯੂਨੀਵਰਸਿਟੀ ਦੇ ਪ੍ਰੋਫੈਸਰ ਨਾਲ ਕੰਮ ਕਰ ਚੁੱਕਾ ਹਾਂ ਅਤੇ ਉਹ ਵੀ ਤੁਹਾਨੂੰ ਇੰਡੋਰਸ ਕਰ ਸਕਦੇ ਆ ਕਿ ਹਾਂਜੀ ਇਹ ਬੱਚਾ ਸੱਚੀ ਸਹੀ ਗੱਲ ਹੈ ਪੈਸ਼ਨੇਟ ਆ ਆਪਣੇ ਕੰਮ 'ਚ ਧਿਆਨ ਦਿੰਦਾ ਹੈ ਇਸ ਕਰਕੇ ਇਹਨੂੰ ਰੱਖਿਆ ਜਾਵੇ ਉਹ ਚੀਜ਼ ਇੱਕ ਬਿਗ ਫੈਕਟਰ ਪਲੇ ਕਰਦਾ ਆ ਅਤੇ ਜਦੋਂ ਤੁਸੀਂ ਹੁਣ 9th 10th ਗ੍ਰੇਡ ਵਿੱਚ ਆ ਤੁਸੀਂ ਕਾਲਜ ਬਾਰੇ ਅਸੀਂ ਨਹੀਂ ਸੋਚਦੇ ਮੈਂ ਵੀ ਨਹੀਂ ਸੋਚਦਾ ਸੀ ਪਰ ਲੱਕੀਲੀ ਮੈਂ ਆਊਟਸਾਈਡ ਕਲਾਸਿਸ 1-2 ਪ੍ਰੋਜੈਕਟ ਕੀਤੇ ਟੀਚਰਸ ਨਾਲ ਅਤੇ ਇੱਕ ਰਿਲੇਸ਼ਨਸ਼ਿਪ ਇੱਦਾਂ ਦੀ ਬਣ ਗਈ ਕਿ ਉਹ ਮੈਨੂੰ ਪਰਸਨਲ ਲੈਵਲ 'ਤੇ ਜਾਣਨ ਲੱਗ ਪਏ ਸੀ ਫਿਰ ਜਦੋਂ ਕਾਲਜਿਸ ਅਪਲਾਈ ਕਰਨ ਦੀ ਵਾਰੀ ਆਈ ਤਾਂ ਉਹਨਾਂ ਨੇ ਜੋ ਰੈਕਮੈਂਡੇਸ਼ਨ ਲੈਟਰ ਲਿਖੀ ਉਹ ਬਹੁਤ ਬਿਗ ਫੈਕਟਰ ਪਲੇ ਕਰਦੀ ਹੈ ਇਸ ਕਰਕੇ ਉਹ ਵੀ ਚੀਜ਼ਾਂ ਬਹੁਤ ਜ਼ਰੂਰੀ ਹੈ ਪਰ ਅਸੀਂ ਉਹਨਾਂ ਨੂੰ ਲਾਈਟਲੀ ਲੈ ਜਾਂਦੇ ਹਾਂ ਅੱਛਾ ਜੀ ਤੁਸੀਂ ਇਹ ਐਡਵਾਈਸ ਕਰ ਰਹੇ ਹੋ ਕਿ ਜਿਹੜੇ ਉੱਥੇ ਪ੍ਰੋਫੈਸਰਸ ਹਨ ਜਿਹੜੇ ਰਿਸਰਚਰਸ ਹਨ ਉਹਨਾਂ ਦੇ ਨਾਲ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਡਿਵੈਲਪ ਕੀਤਾ ਜਾਏ ਕਿਉਂਕਿ ਉਹਨਾਂ ਦੀ ਰეკਮੈਂਡੇਸ਼ਨਸ ਵੀ ਬੜਾ ਸਟਰੋਂਗ ਰੋਲ ਜਿਹੜਾ ਉਹ ਪਲੇ ਕਰਦੀ ਹਨ
ਹੁਣ ਅੱਗੇ ਗਰਮੀਆਂ ਆ ਰਹੀਆਂ। ਹਾਂਜੀ। what is the best use you would advise ਕਿ ਕੁਝ ਇਸ ਕਿਸਮ ਦੀ ਚੀਜ਼ਾਂ ਜੋ ਸਟੂਡੈਂਟਸ ਕਰ ਸਕਣ ਜੋ ਅੱਗੇ ਉਹਨਾਂ ਨੂੰ ਕੰਮ ਆਏ? ਹਾਂਜੀ, ਸਮਰ ਵਿੱਚ ਤੁਸੀਂ ਲਾਈਕ ਸਾਰੇ ਬੱਚੇ ਹੁੰਦੇ ਕਿ ਖੇਲਣਾ ਇੰਜੋਏ ਕਰਨਾ ਉਹ ਤਾਂ ਜੀ ਜ਼ਰੂਰ ਹੈ, ਪਰ ਦਿਨ 'ਚ 2-3 ਘੰਟੇ ਜ਼ਰੂਰ ਇੱਦਾਂ ਸਪੈਂਡ ਕਰੋ ਕਿ ਮੈਂ ਜਿਹੜਾ ਅੱਗੇ ਕੰਮ ਕਰਨਾ ਚਾਹੁੰਦਾ ਉਸ ਚੀਜ਼ ਫੀਲਡ 'ਚ ਅੱਜ ਕੀ ਹੋ ਰਿਹਾ ਹੈ, ਕੀ ਇਸ ਵੇਲੇ ਪੈਟਰਨਸ ਆ, ਕੀ ਰਿਸਰਚ ਚੱਲ ਰਹੀ ਹੈ, ਲੇਟੈਸਟ ਡਿਵੈਲਪਮੈਂਟਸ ਕੀ ਆ। ਹਾਂ, ਫਿਰ ਤੁਸੀਂ ਉੱਤੇ ਕੰਮ ਕਰੋਗੇ ਤੁਹਾਨੂੰ ਜ਼ਰੂਰ ਹਰੇਕ ਬੰਦੇ 'ਚ ਇੱਕ ਆਈਡੀਆ ਜ਼ਰੂਰ ਆਉਂਦਾ ਜਿਹੜਾ ਕਿਸੇ ਨੇ ਸੋਚਿਆ ਨਹੀਂ ਹੁੰਦਾ। ਤੁਸੀਂ ਉਹ ਸੋਚ ਕਰ ਸਕਦੇ ਆ, ਉਹਦੇ ਬਾਰੇ ਕੁਝ ਛੋਟਾ ਬਲੌਗ ਲਿਖ ਸਕਦੇ ਆ। ਤੇ ਫਿਰ ਜ਼ਰੂਰ ਹੈ ਜੇ ਤੁਹਾਡਾ ਕੋਈ ਬਲੌਗ ਬਹੁਤ ਯੂਨੀਕ ਆ, ਤੁਸੀਂ ਅੱਜ ਕੱਲ੍ਹ ਤਾਂ ਸਾਰਿਆਂ ਕੋਲ ਇੰਟਰਨੈਟ ਅਵੇਲੇਬਲ ਆ, ਤੁਸੀਂ ਸਾਰੇ ਇੰਟਰਨੈਟ 'ਤੇ ਪਾ ਕੇ ਜੇ ਤੁਹਾਡੀ ਚੀਜ਼ ਵਧੀਆ ਤਾਂ ਤੁਹਾਨੂੰ ਤਾਂ ਬਥੇਰੇ ਲੋਕਾਂ ਨੇ ਦੇਖ ਲੈਣਾ ਆ। ਇੱਦਾਂ ਹੀ ਤੁਸੀਂ ਛੋਟੀ ਜਿਹੀ ਕਮਿਊਨਿਟੀ ਤੱਕ ਵੀ ਤੁਸੀਂ ਰੀਚ ਆਊਟ ਕਰ ਸਕਦੇ ਹੋ, ਤੁਹਾਨੂੰ ਕੋਈ ਨਾ ਕੋਈ ਫੀਡਬੈਕ ਜ਼ਰੂਰ ਮਿਲੂਗਾ। ਉਸ ਫੀਡਬੈਕ ਨਾਲ ਕੀ ਹੁੰਦਾ ਹੈ ਕਿ ਇੱਕ ਤੁਹਾਨੂੰ ਰੈਕੋਗਨੀਸ਼ਨ ਮਿਲਦੀ ਆ, ਫਿਰ ਜੇ ਤੁਸੀਂ ਹੁਣ ਬਾਅਦ 'ਚੋਂ ਕਾਲਜਿਸ ਨੂੰ ਅਪਲਾਈ ਕਰਨਾ ਤੁਸੀਂ ਉਸ ਚੀਜ਼ ਨੂੰ ਰੈਫਰੈਂਸ ਕਰ ਸਕਦੇ ਆ ਕਿ ਹਾਂਜੀ ਮੈਂ ਆਹ ਚੀਜ਼ ਕੀਤੀ ਸੀ, ਮੈਨੂੰ ਆਹ ਫੀਡਬੈਕ ਮਿਲਿਆ, ਇਸ ਕਰਕੇ ਮੈਨੂੰ ਕੰਟੀਨਿਊ ਕਰਨਾ ਚਾਹੁੰਦਾ ਹਾਂ। ਕਿਉਂਕਿ ਕਾਲਜਿਸ ਨੰਬਰ ਤਾਂ GPA SAT ਸਕੋਰ ਉਹ ਤਾਂ ਰਿਕੁਆਇਰਡ ਹੈਗੇ ਆ, ਉਹ ਤੋਂ ਬਿਨਾਂ ਤਾਂ ਸਰਦਾ ਨਹੀਂ, ਪਰ ਉਸ ਤੋਂ ਇਲਾਵਾ ਤੁਸੀਂ ਬਾਕੀ ਤੁਹਾਡਾ ਕੰਪੀਟੀਸ਼ਨ ਜਦੋਂ ਤੁਸੀਂ ਕਿਹਾ ਕਿ ਟੌਪ 1% ਦੇ ਕਿਡਸ ਬੱਚਿਆਂ ਨਾਲ ਆ, ਉਹਨਾਂ ਦੇ ਪੇਰੈਂਟਸ ਨੇ ਉਹਨਾਂ ਤੋਂ ਸ਼ੁਰੂ ਤੋਂ ਇੱਦਾਂ ਦੇ ਰਿਸੋਰਸਿਸ ਦਿੱਤੇ ਹੋ ਕਿ ਉਹਨਾਂ ਨੇ ਬਹੁਤ ਸਾਰੇ ਕੰਮ ਆਊਟਸਾਈਡ ਕਲਾਸਿਸ ਕੀਤੇ ਆ ਜਿਹੜੇ ਉਹ ਆਪਣੇ ਐਸੇਸ ਵਿੱਚ ਲਿਖ ਸਕਦੇ ਆ ਅਤੇ ਤੁਹਾਨੂੰ ਆਪਣੀ ਐਪਲੀਕੇਸ਼ਨ ਨੂੰ ਬਹੁਤ ਸਟਰੋਂਗ ਬਣਾ ਸਕਦੇ ਆ। ਇਸ ਕਰਕੇ ਤੁਸੀਂ ਜੇ ਛੋਟੇ 9th 10th ਗ੍ਰੇਡ 'ਚ ਇੱਦਾਂ ਦੇ ਛੋਟੇ ਬਲੌਗ ਵੀ ਲਿਖ ਸਕਦੇ ਆ, ਫਿਰ ਤੁਸੀਂ ਡੈਮੋਸਟ੍ਰੇਟ ਕਰ ਸਕਦੇ ਆ। ਅਸੀਂ ਤਰਨਜੀਤ ਸਿੰਘ ਜੀ ਨਾਲ ਗੱਲ ਜਾਰੀ ਰੱਖਾਂਗੇ। ਇਹ ਸਾਨੂੰ ਦੱਸਦੇ ਪਏ ਕਿ ਕੀ ਆਪਾਂ ਕਰ ਸਕਦੇ ਹਾਂ ਬੈਸਟ ਯੂਜ਼ ਆਪਣੇ ਸਮਰ ਦਾ ਫॉर ਮੇਕਿੰਗ ਆਰ ਐਪਲੀਕੇਸ਼ਨ ਸਟਰੋਂਗਰ। ਵਿਲ ਕਮ ਬੈਕ ਆਫਟਰ ਅ ਸ਼ਾਰਟ ਬ੍ਰੇਕ। ਅਸੀਂ ਗੱਲ ਕਰ ਰਹੇ ਹਾਂ ਤਰਨਜੀਤ ਸਿੰਘ ਜੀ ਨਾਲ ਜਿਹੜੇ ਇੱਕ MIT ਗ੍ਰੈਜੂਏਟ ਹਨ ਐਂਡ ਇਹ ਸਾਨੂੰ ਦੱਸ ਰਹੇ ਨੇ ਸਾਡੀ ਕਮਿਊਨਿਟੀ ਦੇ ਬੱਚਿਆਂ ਨੂੰ ਕਿ ਕਿਵੇਂ ਉਹ ਕੀ ਚੀਜ਼ਾਂ ਕਰ ਸਕਦੇ ਹਨ ਜਿਸ ਦੇ ਨਾਲ ਉਹਨਾਂ ਦੀ ਜਿਹੜੀ ਐਪਲੀਕੇਸ਼ਨਸ ਹਨ ਉਹ ਸਟਰੋਂਗਰ ਹੋਣ US ਵਿੱਚ ਟੌਪ ਸਕੂਲਸ ਵਿੱਚ ਜਾਣ ਲਈ। ਤਰਨਜੀਤ ਜੀ ਇੱਕ ਗੱਲ ਦੱਸੋ, ਜਦ ਐਡਮਿਸ਼ਨ ਹੋ ਗਈ ਤੁਸੀਂ ਕਾਲਜ ਵਿੱਚ ਪੜ੍ਹ ਰਹੇ ਹੋ, ਇੱਕ ਇੰਟਰਨਸ਼ਿਪ ਬੜਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਤੁਹਾਡੀ ਫਰਦਰ ਜੌਬ ਵਾਸਤੇ। ਕਿਆ ਤੁਸੀਂ ਵੀ ਕੋਈ ਇੰਟਰਨਸ਼ਿਪਸ ਕੀਤੀਆਂ ਇੱਦਾਂ ਦੀਆਂ? ਹਾਂਜੀ, ਜ਼ਰੂਰ ਕੀਤੀ। ਮੈਂ ਤਾਂ ਜਦੋਂ ਗਿਆ ਸੀ ਉਦੋਂ ਮੈਨੂੰ ਇੱਦਾਂ ਦੀ ਕੋਈ ਨੌਲੇਜ ਨਹੀਂ ਸੀ ਕਿ ਇਹ ਚੀਜ਼ਾਂ ਬਹੁਤ ਜ਼ਰੂਰੀ ਆ, ਪਰ ਮੇਰੇ ਜਿਹੜੇ ਰੂਮਮੇਟ ਸੀ ਉਹ ਵਧੀਆ ਫੈਮਿਲੀ 'ਚੋਂ ਆਏ ਸੀ ਅਤੇ ਉਹਨਾਂ ਨੂੰ ਤਾਂ ਪਹਿਲੇ ਉਹਨਾਂ ਨੇ ਪੇਰੈਂਟਸ ਨੇ ਗਾਈਡ ਕੀਤਾ ਸੀ ਕਿ ਬੜੇ ਸਾਲ ਹੀ ਪਹਿਲੇ ਮਹੀਨੇ ਹੀ ਤੁਸੀਂ ਆਪਣੇ ਅਲਮਸ ਨੂੰ ਜਿਹੜੇ ਉੱਥੋਂ ਗ੍ਰੈਜੂਏਟ ਕਰ ਚੁੱਕੇ ਇੰਡਸਟਰੀ ਵਿੱਚ ਹੈਗੇ ਉਹਨਾਂ ਨੂੰ ਜਾ ਕੇ ਈਮੇਲ ਰੀਚ ਆਊਟ ਕਰੋ ਕਿ ਮੈਂ ਇੱਦਾਂ ਬੱਚਾ ਆ, ਹਜੇ ਐਡਮਿਸ਼ਨ ਹੋਈ ਆ, ਮੈਂ ਇਸ ਫੀਲਡ ਵਿੱਚ ਅੱਗੇ ਕੰਮ ਕਰਨਾ ਚਾਹੁੰਦਾ ਹਾਂ ਅਤੇ ਮੈਨੂੰ ਗਾਈਡ ਕਰੋ, ਅਤੇ ਫਿਰ ਉਹ ਤੁਹਾਨੂੰ ਹੈਲਪ ਕਰ ਦਿੰਦੇ ਆ। ਫਿਰ ਇੱਦਾਂ ਹੀ ਮੈਂ ਵੀ ਪਹਿਲੇ ਸਾਲ ਵੀ, ਦੂਜੇ ਸਾਲ ਵੀ, ਤੀਜੇ ਸਾਲ ਵੀ ਮੈਂ 3 ਇੰਟਰਨਸ਼ਿਪਸ ਕੀਤੀਆਂ ਅਤੇ ਹੁਣ ਫਿਰ 4th ਫੇਜ਼ ਫੁੱਲ ਟਾਈਮ ਜੌਬ ਸ਼ੁਰੂ ਕੀਤੀ ਆ। ਅੱਛਾ, ਅਤੇ ਇਹ ਇੰਟਰਨਸ਼ਿਪਸ ਤੁਹਾਨੂੰ ਕਿਵੇਂ ਮਿਲੀਆਂ, ਤੁਸੀਂ ਥੋੜ੍ਹਾ ਸਾਨੂੰ ਦੱਸੋਗੇ ਇਹਦੇ? ਹਾਂਜੀ, ਪਹਿਲੀ ਸਟੋਰੀ ਤਾਂ ਬਹੁਤ ਫਨੀ ਆ ਕਿ ਮੈਂ ਜਦੋਂ ਨਵੰਬਰ ਸੀ 2014 'ਚ ਜਦੋਂ ਕਾਲਜ ਸ਼ੁਰੂ ਕੀਤਾ ਸਤੰਬਰ 2014 'ਚ, ਅਤੇ ਨਵੰਬਰ 'ਚ ਮੈਨੂੰ ਚੇਤਾ ਹੈ ਕਿ ਮੇਰੇ ਡੈਡੀ ਦਾ ਫੋਨ ਕਾਲ ਆਇਆ ਸੀ ਕਿ ਅੱਜ ਉਹਨਾਂ ਨੇ ਜਦੋਂ ਟੈਕਸੀ ਚਲਾਉਂਦੇ ਆ ਅਤੇ ਕਿਸੇ ਪੈਸੇਂਜਰ ਨਾਲ ਗੱਲ ਕਰਦੇ ਸੀ ਅਤੇ ਉਹਦੇ 'ਚ ਮੇਰਾ ਨਾਮ ਆਇਆ, ਅਤੇ ਪੈਸੇਂਜਰ ਨੇ ਜਦੋਂ ਸੁਣਿਆ ਕਿ MIT ਜਾਂਦਾ ਹੈ ਅਤੇ ਉਹਨਾਂ ਨੇ ਆਪਣਾ ਬਿਜ਼ਨਸ ਕਾਰਡ ਪਾਪਾ ਨੂੰ ਦੇ ਦਿੱਤਾ, ਅਤੇ ਪਾਪਾ ਨੇ ਫਿਰ ਮੈਨੂੰ ਬਿਜ਼ਨਸ ਕਾਰਡ ਫਾਰਵਰਡ ਕੀਤਾ ਅਤੇ ਮੈਂ ਉਸ ਬੰਦੇ ਨੂੰ ਈਮੇਲ ਕੀਤੀ। ਉਹ ਨਿਕਲਿਆ ਕਿ ਇੱਕ ਬਹੁਤ ਤਕੜੇ ਹੈਜ ਫੰਡ ਦਾ ਵਿੱਚ MD ਸੀ ਬੰਦਾ। ਅਤੇ ਫਿਰ ਮੈਂ ਉਦੋਂ ਨਵੰਬਰ ਸੀ, ਉਦੋਂ ਮੈਂ ਉਹਨੂੰ 1-2 ਵਾਰ ਈਮੇਲ ਕੀਤਾ, ਉਹਦਾ ਰਿਪਲਾਈ ਆਇਆ ਸੀ। 3-4 ਮਹੀਨੇ ਦਾ ਬੈਕ ਐਂਡ ਫੋਰਥ ਫਾਈਨੈਂਸ ਬਾਰੇ ਗੱਲਾਂ ਕਰਦੇ ਰਹੇ। ਮੈਨੂੰ ਫਾਈਨੈਂਸ ਉਦੋਂ ਕੋਈ ਇੰਟਰਸਟ ਨਹੀਂ ਸੀ, ਕੋਈ ਪਤਾ ਨਹੀਂ ਸੀ ਕਿ ਫੀਲਡ 'ਚ ਕੀ ਓਪਰਚੁਨਿਟੀਜ਼ ਹੈ ਕੀ ਨਹੀਂ ਹੈਗੀਆਂ। ਅਤੇ ਫਿਰ ਜਦੋਂ 2-3 ਮਹੀਨੇ ਬਾਅਦ ਬੈਕ ਐਂਡ ਫੋਰਥ ਗੱਲ ਕਰਦੇ ਸੀ ਤਾਂ ਫਿਰ ਗੱਲ ਸ਼ੁਰੂ ਹੋਈ ਇੰਟਰਨਸ਼ਿਪ ਦੀ। ਅਤੇ ਜਦੋਂ ਫਸਟ ਈਅਰ ਹੁੰਦਾ ਹੈ ਤੁਹਾਡਾ ਸਕਿੱਲ ਲੈਵਲ ਇੰਨਾ ਵਧੀਆ ਨਹੀਂ ਹੁੰਦਾ, ਪਰ ਫਿਰ ਮੈਂ ਸੈੱਟ ਕੀਤਾ ਸੀ ਕਿ ਉਸ ਸਮਰ ਮੈਂ ਆਪਣੇ ਪ੍ਰੋਫੈਸਰ ਨਾਲ ਰਿਸਰਚ ਕਰਨੀ ਆ, ਸਮਰ ਉੱਥੇ ਕੈਂਪਸ 'ਤੇ ਸਪੈਂਡ ਕਰੂੰਗਾ। ਅਤੇ ਮੈਂ ਉਹਨੂੰ ਦੱਸਿਆ ਅਤੇ ਉਹ ਕਹਿੰਦਾ ਮੈਂ ਦੇਖਦਾ ਮੈਂ ਕੀ ਕਰ ਸਕਦਾ ਹਾਂ। ਫਿਰ ਉਹਨੇ ਆਪਣੀ ਕੰਪਨੀ 'ਚ ਆਪਣੇ ਹਿਊਮਨ ਰਿਸੋਰਸਿਸ ਡਿਪਾਰਟਮੈਂਟ ਨੂੰ ਰੀਚ ਆਊਟ ਕੀਤਾ, ਅਤੇ ਮੈਨੂੰ ਕਿਉਂਕਿ ਉਹਨੂੰ ਮੇਰੇ ਬੈਕਗਰਾਊਂਡ ਬਾਰੇ ਸਾਰਾ ਪਤਾ ਸੀ ਕਿ ਮੈਂ ਕਿੱਥੋਂ ਆਇਆ, ਕਿ ਇੱਥੇ ਕਿੱਦਾਂ ਪੜ੍ਹਿਆ ਆ, ਅਤੇ ਉਹ ਵੀ ਬੰਦਾ ਇੰਡੀਅਨ ਸੀ। ਅਤੇ ਫਿਰ
ਹੁਣ ਜਦੋਂ HR ਨਾਲ ਰੀਚ ਆਊਟ ਕਰਕੇ ਇੰਟਰਵਿਊ ਸੈੱਟ ਕੀਤੇ, ਮੇਰੀਆਂ 4-5 ਇੰਟਰਵਿਊਜ਼ ਹੋਈਆਂ ਤੇ ਉਹਨਾਂ ਨੇ ਫਿਰ ਮੈਨੂੰ ਇੰਟਰਨਸ਼ਿਪ ਆਫਰ ਕਰ ਦਿੱਤੀ। ਤਾਂ ਇਸ ਕਰਕੇ ਮੇਰੀ ਪੜ੍ਹਾਈ ਦਾ ਏਰੀਆ ਤਾਂ ਕੰਪਿਊਟਰ ਸਾਇੰਸ ਸੀ, ਤੇ ਪਰ ਉਹਨਾਂ ਨੇ ਆਪਣੇ ਕੁਆਂਟੀਟੇਟਿਵ ਸਟ੍ਰੈਟਜੀਜ਼ ਦੇ ਡਿਪਾਰਟਮੈਂਟ 'ਚ ਮੈਨੂੰ ਇੰਟਰਨਸ਼ਿਪ ਦਿੱਤੀ, ਤੇ ਫਿਰ ਮੈਂ ਉੱਥੇ ਆਪਣੇ ਹਜੇ ਇੰਨੀਆਂ ਚੀਜ਼ਾਂ ਮੈਂ ਕਾਲਜ ਵਿੱਚ ਵੀ ਨਹੀਂ ਸਿੱਖੀਆਂ ਸੀ ਜਿੰਨੀਆਂ ਉੱਥੇ ਸਮਰ 'ਚ ਸਿੱਖੀਆਂ। ਤੇ ਫਿਰ ਇੱਦਾਂ ਹੀ ਮੇਰਾ ਇੰਟਰਨਸ਼ਿਪ ਆਪਣੇ ਫਾਈਨੈਂਸ ਵਿੱਚ ਇੰਟਰਸਟ ਵਧਿਆ, ਤੇ ਫਿਰ ਤੋਂ ਬਾਅਦ ਹੌਲੀ ਹੌਲੀ ਬਾਕੀ ਓਪਰਚੁਨਿਟੀਜ਼ ਬਾਰੇ ਪਤਾ ਲੱਗਾ ਕਿ ਬਾਕੀ ਓਪਰਚੁਨਿਟੀਜ਼ ਕੀ ਆ, ਕਿਹੜੀਆਂ ਹੈਗੀਆਂ ਕਿਹੜੀਆਂ ਨਹੀਂ ਹੈਗੀਆਂ। ਫਿਰ ਦੇ ਸੈਕਿੰਡ ਸਮਰ 'ਚ ਮੈਂ ਫਿਰ ਗੋਲਡਮੈਨ ਸੈਕਸ 'ਚ ਕੰਮ ਕੀਤਾ, ਤੇ ਥਰਡ ਸਮਰ 'ਚ ਇੱਕ ਹੋਰ ਹੈਜ ਫੰਡ AQR 'ਚ ਕੰਮ ਕੀਤਾ। ਠੀਕ ਹੈ ਜੀ। ਤੇ ਅਸੀਂ ਸੋਚਿਆ, ਜਿਹੜੇ ਇੱਥੇ ਹਾਈ ਸਕੂਲ 'ਚ ਜਦੋਂ ਹੁੰਦੇ ਸੀ ਸਾਰਿਆਂ 'ਚ ਇਹ ਮੈਂਟੈਲਿਟੀ ਹੁੰਦੀ ਸੀ ਕਿ ਜਦੋਂ ਕਾਲਜ ਪੜ੍ਹਨਾ ਹੈ ਉਦੋਂ ਕੰਮ ਜਿਹੜਾ ਨਾਲ ਕੰਮ ਕਰਨਾ, ਕੋਈ ਐਜ਼ ਅ ਪਾਰਟ ਟਾਈਮ ਜੌਬ ਕਰਨੀ ਆ, ਕੋਈ ਜਿਹਦੇ 'ਚ ਤੁਹਾਨੂੰ ਥੋੜ੍ਹੇ 2 ਪੈਸੇ ਮਿਲ ਸਕਣ। ਅਸੀਂ ਇਹ ਨਹੀਂ ਸੋਚਦੇ ਕਿ ਹਾਂ ਜਦੋਂ ਅਸੀਂ ਕਾਲਜ ਵਿੱਚ ਪੜ੍ਹਦੇ ਨਾਲ ਸਾਨੂੰ ਜਿਸ ਫੀਲਡ 'ਚ ਅਸੀਂ ਅੱਗੇ ਕੰਮ ਕਰਨਾ ਚਾਹੁੰਦੇ ਉਹਦੇ 'ਚ ਵੀ ਵਰਕ ਐਕਸਪੀਰੀਅੰਸ ਮਿਲੇ, ਕਿਉਂਕਿ ਉਹ ਵਰਕ ਐਕਸਪੀਰੀਅੰਸ ਤੁਹਾਨੂੰ ਜਦੋਂ ਤੁਸੀਂ ਹੁਣ ਹਜੇ ਪੜ੍ਹਦੇ ਆ ਜੋ ਮਿਲ ਜਾਵੇ, ਤਾਂ ਫਿਰ ਜਦੋਂ ਤੁਸੀਂ ਜੌਬ ਲਈ ਅਪਲਾਈ ਕਰਨਾ ਆ ਫਿਰ ਤੁਸੀਂ ਸਾਰਿਆਂ ਤੋਂ ਇੱਕ ਸਟੈਪ ਅੱਗੇ ਪਹਿਲਾਂ ਹੀ ਹੋ ਜਾਣਾ ਆ। ਤੇ ਤੁਹਾਨੂੰ ਉਸ ਫੀਲਡ ਬਾਰੇ ਪਤਾ ਆ, ਉਸ ਓਪਰਚੁਨਿਟੀਜ਼ ਕਿਹੜੀਆਂ ਉਸ ਸਾਰਾ ਕੁਛ ਪਤਾ ਹੈ। ਤੇ ਜਦੋਂ ਤੁਸੀਂ ਇੰਪਲੋਇਰ ਕੋਲ ਜਾਣਾ ਹੈ ਤੇ ਉਹਨਾਂ ਨੇ ਤੁਹਾਨੂੰ ਬਾਕੀਆਂ ਤੋਂ ਪ੍ਰੈਫਰ ਕਰਨਾ ਆ। ਇਸ ਕਰਕੇ ਇੰਟਰਨਸ਼ਿਪਸ ਕਰਨੀ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਕਾਲਜ ਵਿੱਚ ਪੜ੍ਹਦੇ ਆ। ਤਰਨਜੀਤ ਜੀ, in applications ਵਿੱਚ ਸਕੂਲਸ ਦੀ ਐਪਲੀਕੇਸ਼ਨਸ ਵਿੱਚ ਤੁਹਾਡਾ ਵਰਕ ਐਕਸਪੀਰੀਅੰਸ ਕਿੰਨਾ ਹੈਲਪ ਕਰਦਾ ਹੈ? ਮੋਰ ਕਿ ਜਦੋਂ ਕਾਲਜਸ ਨੂੰ ਅਪਲਾਈ ਕਰਦੇ ਆ ਉਦੋਂ ਬਹੁਤਾ ਵਰਕ ਐਕਸਪੀਰੀਅੰਸ 'ਤੇ ਧਿਆਨ ਨਹੀਂ ਦਿੱਤਾ ਜਾਂਦਾ, ਕਿਉਂਕਿ ਉਹ ਚਾਹੁੰਦੇ ਆ ਕਿ ਤੁਸੀਂ ਜਿਸ ਫੀਲਡ ਵਿੱਚ ਜਾਣਾ ਚਾਹੁੰਦੇ ਆ, ਕਿਉਂਕਿ ਹਰੇਕ ਕਾਲਜ ਚਾਹੁੰਦਾ ਕਿ ਪੁੱਛਦਾ ਕਿ ਤੁਸੀਂ ਕਿਸ ਫੀਲਡ ਵਿੱਚ ਜਾਣਾ ਚਾਹੁੰਦੇ ਆ, ਉਸ ਫੀਲਡ ਵਿੱਚ ਤੁਸੀਂ ਕੀ ਕੰਮ ਕੀਤਾ ਹੈ, ਨਾ ਕਿ ਤੁਸੀਂ ਪ੍ਰੋਫੈਸ਼ਨਲੀ ਕਿੰਨਾ ਕੰਮ ਕੀਤਾ ਵਰਕ ਕੀਤਾ ਹੈ। ਉਹਦੇ 'ਚ ਜੇ ਤੁਸੀਂ ਰਿਸਰਚ ਕੀਤੀ ਆ, ਕਿਸੇ ਕੋਈ ਟੌਪਿਕ 'ਤੇ ਆਪਣੇ ਬਾਰੇ ਕੁਛ ਲਿਖਿਆ ਹੈ, ਪਬਲਿਕਲੀ ਲਿਖਿਆ ਆ, ਉਹ ਜ਼ਿਆਦਾ ਬੈਨੀਫਿਟ ਹੋ ਸਕਦਾ ਹੈ ਜਿਹੜਾ ਤੁਸੀਂ ਪਾਰਟ ਟਾਈਮ ਵਰਕ ਨਾਲ। अगर साढ़े कोई ऐसे यंग बंदे हैं जिन्हें लेट्स से हाई स्कूल करके ग्राफिक डिज़ाइंस या यह जे कोई काम कोई पार्ट टाइम जॉब्स या कि उस फील्ड इच काम किया है एंड आफ्टर अ कपल ऑफ ईयर्स दे रियलाइज कि दिस इज़ द फील्ड आई वांट टू गो इन एंड फिर जब अपनी एप्लीकेशंस करते हैं डज दैट हेल्प? हाँ जी, फिर उस क्योंकि वो जी पार्ट टाइम जॉब तुसी एक स्किल्ड पार्ट टाइम जॉब की है ना, अनस्किल्ड नहीं सी, उहदे च तुसी कोई स्किल तुहाडी डेवलप होई ते जे तुसी वो काम कीता है, हाँ जी तुसी अपना पोर्टफोलियो बिल्ड करो, सारे डॉक्यूमेंट करो किहड़ा तुसी प्रोजेक्ट कीता सी उस कंपनी नाल जिथे भी पार्ट टाइम तुसी काम कीता, फिर जब तुसी अप्लाई करदे आ तुसी उन्हां नूं अपनी एप्लीकेशन दे नाल पूरा पोर्टफोलियो भेजो, फिर वो देखते हैं कि हाँ जी इस बंदे को इन ग्राउंड कोई कुछ नहीं सी, ग्राउंड जीरो तो बिल्डअप होया ते इन सारा काम सीखिया अपने खुद अपने दम ते सीखिया ते फिर उन्होंने जरूर तुहानूं रखी लेना है फिर तो। चलो तो इस सारे प्रोसेस तुसी एक पब्लिक स्कूल की हो जेड़ा कोई बड़ा ज़्यादा वेल नोन पब्लिक स्कूल नहीं हैगा एंड जी थोड़ी सफ़र रही टू MIT एंड दैन कंप्लीशन ऑफ MIT, इस दे विच थोड़े टीचर्स दा कैसी सपोर्ट रही? टीचर्स दी तुहानूं पहला भी जिद्दां दस्सिया कि पेरेंट्स तो हजे इंडिया तो आए सी तो उन्होंने एजुकेशन सिस्टम बारे कुछ नहीं पता सी जी, सारी मेरी सोर्स ऑफ इन्फॉर्मेशन टीचर्स तो आंदी सी जी, ते टीचर्स नाल मैं जिद्दां क्या कि रोबोटिक्स टीम शुरू की तो इस करके हरेक जो स्कूल खत्म हो जाता सी टीचर नाल असीं 3-4 घंटे बैठे रहीदा हुंदा सी ते फिर उस टीचर नाल बहिंदे सी, फिर असीं होर टीचरां तो भी हैल्प मंगी सी ते उन्हां नाल भी मेल बोल चाल शुरू हो गई। इसदा फिर उन्हां तो चीज़ां सीखण नूं मिलियां कि हाँ अगे जाके किहड़े यूनीवर्सिटीज़ है किदां दे फील्ड्स जाना चाहिए की करना चाहिए आ। जिद्दां हुण मैं मेरी इंग्लिश पोर सी जदों मैं आया सी ते जदों मैं ऐसे लिखने सी तो मेरे नाल बैठ के मेरे कॉलेज काउंसलर ने मेरे नाल जदों डेडलाइन तो 1 महीना पहला असीं रोज़ रात नूं फोन ते गल्लां करदे हुंदे सी ते उन बैक एंड फोर्थ ऐसे लिख के भेजने एडिट करने, वो चीज़ जे कल्ला हुंदा तां किसी ने कुछ दसना नहीं सी, पर वो बहुत एक क्रूशल फैक्टर सी ते इस करके उन्हां दी गाइडेंस तो जरूर चाहिदी सी।
ਐਗਜ਼ੈਕਟਲੀ ਆਹੀ ਚੀਜ਼ ਅਸੀਂ ਆਪਣੇ ਯੰਗ ਬੱਚਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਦ ਤੁਸੀਂ ਸਕੂਲ ਦੇ ਚੋਂ ਇੱਥੇ ਬੜੇ ਅਬੰਡੈਂਟ ਰਿਸੋਰਸਿਸ ਅਵੇਲੇਬਲ ਹਨ, ਜੋ ਲੋਕ ਇਸ ਲਾਈਨ ਹੀ ਚਾਹੁੰਦੇ ਹਨ, ਟੀਚਿੰਗ ਲਾਈਨ ਹੀ ਚਾਹੁੰਦੇ ਹਨ, ਬੜੇ ਡੈਡੀਕੇਟਿਡ ਲੋਕ ਹੈਗੇ, ਦੇ ਵਾਂਟ ਟੂ ਹੈਲਪ ਯੂ, ਉਹ ਤੁਹਾਡੀ ਹੈਲਪ ਕਰਨਾ ਚਾਹੁੰਦੇ ਹਨ। ਤੁਸੀਂ ਉਹਨਾਂ ਕੋਲ ਜਾਓ, ਉਹਨਾਂ ਨਾਲ ਗੱਲ ਕਰੋ, ਉਹਨਾਂ ਨਾਲ ਆਪਣੇ ਇੰਟਰਸਟ ਦੀ ਗੱਲ ਕਰੋ, ਉਹਨਾਂ ਤੋਂ ਪਤਾ ਚੱਲਦਾ ਹੈ ਕਿ ਕਿੱਥੇ ਕੋਈ ਸਾਇੰਸ ਫੇਅਰ ਹੋ ਰਿਹਾ ਹੈ, ਕਿਤੇ ਕੋਈ ਐਸਾ ਰੋਬੋਟਿਕਸ ਕੰਪੀਟੀਸ਼ਨ ਹੋ ਰਿਹਾ ਹੈ, ਕਿਸ ਕਿਸਮ ਦੀ ਸਕਾਲਰਸ਼ਿਪਸ ਹਨ ਜਿਨ੍ਹਾਂ ਦੀ ਕਰਕੇ ਤੁਸੀਂ ਜਿਨ੍ਹਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਤੁਹਾਡੇ ਲਿੰਕਸ ਬਣਦੇ ਨੇ, ਤੁਹਾਨੂੰ ਰੈਫਰੈਂਸਿਸ ਮਿਲਦੀਆਂ ਹਨ, ਔਰ ਤੁਹਾਡੇ ਜਿਹੜੇ ਐਵਨਿਊਜ਼ ਹਨ ਉਹ ਖੁੱਲ੍ਹਦੇ ਨੇ। ਬਹੁਤ ਵਾਰ ਇੱਦਾਂ ਹੁੰਦਾ ਹੈ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ ਫੈਮਿਲੀ ਇੰਡੀਆ ਤੋਂ ਰੀਸੈਂਟਲੀ ਆਈ, ਰਾਈਟ? ਉਹ ਫੈਮਲੀਜ਼ ਕਈ ਵਾਰ ਇੰਨੀ ਪੜ੍ਹੀਆਂ ਲਿਖੀਆਂ ਨਹੀਂ ਹੁੰਦੀਆਂ, ਉਹਨਾਂ ਨੂੰ ਆਪ ਨਹੀਂ ਪਤਾ ਕਿ ਕੀ ਹੋ ਰਿਹਾ। ਅੱਗੇ ਬੱਚੇ ਲੈਂਗੁਏਜ ਦਾ ਬੈਰੀਅਰ ਹੁੰਦਾ ਹੈ, ਅਤੇ ਜਿਹੜਾ ਦ ਓਨਲੀ ਰਿਸੋਰਸ ਸਾਡੀ ਕਮਿਊਨਿਟੀ ਵਿੱਚ ਆਈ ਬਿਲੀਵ ਕਿ ਇੰਨੇ ਰਿਸੋਰਸਿਸ ਹਾਲੇ ਨਹੀਂ ਹਨ ਕਿ ਅਸੀਂ ਆਪਣੇ ਬੱਚਿਆਂ ਨੂੰ ਗਾਈਡ ਕਰ ਸਕੀਏ। ਅਤੇ ਜਿਹੜਾ ਸਭ ਤੋਂ ਵੱਡਾ ਰਿਸੋਰਸ ਹੈ ਉਹ ਤੁਹਾਡਾ ਸਕੂਲ ਹੈ, ਉਹ ਸਕੂਲ ਦੇ ਟੀਚਰਸ ਹਨ। ਉਹਨਾਂ ਤੋਂ ਦੂਰ ਨਾ ਜਾਓ, ਉਹਨਾਂ ਤੋਂ ਭੱਜੋ ਨਹੀਂ, ਉਹਨਾਂ ਨਾਲ ਜਾ ਕੇ ਗੱਲ ਕਰੋ, ਉਹਨਾਂ ਨੂੰ ਪੁੱਛੋ ਕੀ ਓਪਰਚੁਨਿਟੀਜ਼ ਹਨ। ਆਈ ਥਿੰਕ ਦੇ ਵਿਲ ਆਲਵੇਜ਼ ਹੈਲਪ। ਯੈਪ, ਡੈਫੀਨਿਟਲੀ, ਕਿਉਂਕਿ ਜਿੱਦਾਂ ਹੁਣ ਮੇਰੇ ਟੀਚਰਸ ਨਾਲ ਸਰਕਲ ਬਣਿਆ ਸੀ, ਸਾਰੇ ਟੀਚਰਸ ਜਾਣਦੇ ਸੀ ਜੀ। ਅਤੇ ਮੈਨੂੰ ਚੇਤਾ 2013 ਵਿੱਚ 53 ਯੂਨੀਅਨ ਸੀ, ਜਿਹੜੀ ਕਲਾਸ ਆਫ 1963 ਜਦੋਂ ਗ੍ਰੈਜੂਏਟ ਹੋਈ ਸੀ, ਅਤੇ ਉਹ ਵਾਪਸ ਆਪਣੇ ਅਲਮ ਰੀਯੂਨੀਅਨ ਵਾਸਤੇ ਆਏ ਸੀ ਜੀ। ਅਤੇ ਉਹ ਟੀਚਰ ਨੇ ਮੈਨੂੰ ਇੱਕ ਅਲਮ ਦਾ ਇੰਟਰੋਡਿਊਸ ਕਰਵਾਇਆ, ਉਹਨਾਂ ਦਾ ਨਾਮ ਸੀ ਜੋ ਕਲਾਈਨ, ਅਤੇ ਉਹ ਹਾਈ ਸਕੂਲ ਤੋਂ ਗ੍ਰੈਜੂਏਟ ਹੋਏ ਸੀ 1963 'ਚ। ਅਤੇ ਫਿਰ ਜਦੋਂ ਉਹਨਾਂ ਨੇ ਦੱਸਿਆ ਕਿ ਹਾਂ ਉਹ ਆ ਰਹੇ ਆ, ਅਤੇ ਫਿਰ ਮੈਂ ਜਾ ਕੇ ਸਰਚ ਕੀਤਾ, ਅਤੇ ਉਹ 2000 ਅੰਡਰ ਬਲੂਮਬਰਗ ਨਿਊਯਾਰਕ ਸਿਟੀ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਹੈਡ ਰਹੇ ਸੀ। ਅੱਛਾ ਜੀ। ਅਤੇ ਫਿਰ ਉਹਨਾਂ ਨਾਲ ਵੀ ਗੱਲਬਾਤ, ਮੈਂ ਉਹਨਾਂ ਨੂੰ ਈਮੇਲ ਬੈਕ ਐਂਡ ਫੋਰਥ ਲਿਖਦਾ ਰਿਹਾ। ਅਤੇ ਫਿਰ ਜਦੋਂ ਗ੍ਰੈਜੂਏਟ ਹੋਇਆ ਅਤੇ ਉਹਨਾਂ ਨੂੰ ਪਤਾ ਲੱਗਾ ਕਿ ਮੈਂ MIT ਜਾ ਰਿਹਾ ਹਾਂ, ਅਤੇ ਫਿਰ ਉਹਨਾਂ ਨੇ ਮੈਨੂੰ ਇੱਕ ਲੈਪਟਾਪ ਵੀ ਗਿਫਟ ਦਿੱਤਾ ਸੀ। ਇੱਦਾਂ ਦੇ ਛੋਟੀ ਚੀਜ਼ਾਂ ਆ, ਪਰ ਜਦੋਂ ਤੁਹਾਨੂੰ ਛੋਟੀਆਂ ਚੀਜ਼ਾਂ ਕਈ ਪਾਸਿਓਂ ਮਿਲ ਜਾਂਦੀਆਂ ਤਾਂ ਇੱਕ ਬਹੁਤ ਬਿਗ ਫੈਕਟਰ ਪਲੇ ਕਰ ਜਾਂਦੀਆਂ। ਡੈਫੀਨੇਟਲੀ ਇਹ ਇੱਕ ਹੋਰ ਬਹੁਤ ਵੱਡਾ ਫੈਕਟਰ ਹੈ ਕਿ ਜਿਹੜੀ ਤੁਹਾਡੇ ਸਕੂਲ ਦੀ ਐਲੂਮਨਾਈ ਹੈ ਉਹ ਹਮੇਸ਼ਾ ਹੈਲਪ ਕਰਦੀ ਹੈ। ਇਹ ਕੰਟਰੀ ਇੱਕ ਓਲਡ ਸਕੂਲ ਕਲੱਬ ਕਿਹਾ ਜਾਂਦਾ ਇਸ ਨੂੰ, ਅਤੇ ਉਹ ਹਮੇਸ਼ਾ ਜਿਸ ਤਰ੍ਹਾਂ ਇਹ ਦੱਸ ਰਹੇ ਕਿ ਇਹਨਾਂ ਨੂੰ ਇੱਕ ਲੈਪਟਾਪ ਉਹਨਾਂ ਨੇ ਗਿਫਟ ਕੀਤਾ, ਐਂਡ ਯੂ ਮੇਕ ਯੂਰ ਕੰਟੈਕਟਸ, ਆਲਵੇਜ਼ ਰਿਸੋਰਸਿਸ। ਇਹ ਤੁਸੀਂ ਬਹੁਤ ਸੋਹਣੀ ਗੱਲ ਦੱਸੀ। ਤਰਨਜੀਤ ਜੀ, ਇੱਕ ਗੱਲ ਜਿਹੜੀ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਸਾਡੀ ਕਮਿਊਨਿਟੀ ਵਿੱਚ ਕਈ ਲੋਕ ਸਾਡੇ ਨਾਲ ਇੱਦਾਂ ਦੀ ਗੱਲ ਕਰਦੇ ਨੇ ਕਿ ਉਹਨਾਂ ਨੂੰ ਇਹ ਫੀਲਿੰਗ ਆਉਂਦੀ ਹੈ ਕਿ ਇਹ ਜਿਹੜੀ ਮਤਲਬ ਬੜੀ ਸਫਿਸਟੀਕੇਟਡ ਪੋਜੀਸ਼ਨਸ ਹਨ, ਜਿਸ ਤਰ੍ਹਾਂ ਸਕੂਲਸ ਹਨ, ਜਾਂ ਉਸ ਤੋਂ ਬਾਅਦ ਫਾਈਨੈਂਸ ਦੀ ਫੀਲਡ 'ਚ ਜਾਣਾ ਚਾਹੁੰਦੇ ਨੇ, ਜਾਂ ਅੱਛੀ ਪੋਜੀਸ਼ਨਸ ਵਿੱਚ ਕੰਮ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇਹ ਫੀਲ ਹੁੰਦਾ ਕਿ ਕਈ ਵਾਰ ਜਿਹੜਾ ਸ਼ਾਇਦ ਸਾਡਾ ਸਰੂਪ ਹੈ, ਸਿੱਖੀ ਸਰੂਪ, ਇਹ ਥੋੜ੍ਹਾ ਜਿਹਾ ਸਾਡੇ ਵਾਸਤੇ ਲੈਟ ਡਾਊਨ ਨਾ ਹੋ ਜਾਏ। ਤੁਸੀਂ ਇੱਦਾਂ ਦਾ ਕੁਝ ਫੀਲ ਕੀਤਾ ਕਦੇ? ਨਹੀਂ, ਬਿਲਕੁਲ ਨਹੀਂ। ਅਸਲ 'ਚ ਕਿ ਮੈਨੂੰ ਜਦੋਂ ਹਾਈ ਸਕੂਲ 'ਚ ਹੁੰਦਾ ਸੀ, ਜਦੋਂ ਸਕੂਲ ਕਾਲਜ ਵੀ ਹੁੰਦਾ ਸੀ, ਕਿ ਜੋ ਦੱਸਦਾ ਸੀ ਕਿ ਮੈਂ ਵਾਲ ਸਟਰੀਟ 'ਚ ਕੰਮ ਕਰਨਾ ਚਾਹੁੰਦਾ ਹੈ, ਸ਼ੌਂਕ ਹੈਗਾ ਆ, ਅਤੇ ਉਹ ਕਹਿੰਦੇ ਹੁੰਦੇ ਸੀ ਕਿ ਤੈਨੂੰ ਤਾਂ ਫਿਰ ਦਾੜੀ ਕੱਟਣੀ ਪੈਣੀ, ਕਲੀਨ ਸ਼ੇਵ ਹੋਣਾ ਪੈਣਾ ਆ। ਅਤੇ ਉਦੋਂ ਲੱਗਦਾ ਹੁੰਦਾ ਸੀ ਕਿ ਮੇਬੀ, ਪਰ ਜਦੋਂ ਪ੍ਰੋਸੈਸ ਸ਼ੁਰੂ ਕੀਤਾ, ਜਦੋਂ ਇੰਟਰਵਿਊ ਪ੍ਰੋਸੈਸ ਥਰੂ ਗਿਆ, ਉੱਥੇ ਕਿਸੇ ਨੇ ਕੋਈ ਕੁਛ ਨਹੀਂ, ਉਂਗਲੀ ਨਹੀਂ ਉਠਾਈ। ਸਾਰਿਆਂ ਨੂੰ ਸਮਾਂ ਕਿ ਤੁਸੀਂ ਸਭ ਤੋਂ ਯੂਨੀਕ ਹੁੰਦੇ ਆ, ਅਤੇ ਉਹਨਾਂ ਨੇ ਜਦੋਂ ਇੰਟਰਵਿਊਜ਼ ਕਰਦੇ ਆ, ਉਹ ਮੈਨੂੰ ਲੱਗਦਾ ਦਿਨ 'ਚ ਕਿੰਨੇ ਜਣਿਆਂ ਨੇ ਮਿਲਦੇ ਆ। ਤੁਸੀਂ ਵੀ ਇੱਕ ਪੱਗ ਵਾਲਾ ਸਰਦਾਰ ਬੰਦਾ ਮਿਲਦਾ ਹੈ, ਅਤੇ ਫਿਰ ਉਹਨਾਂ ਦੇ ਮਨ 'ਤੇ ਜੇ ਤੁਸੀਂ ਆਪਣੀ ਮੈਰਿਟ 'ਚ ਹੈਗੇ ਆ, ਤੁਹਾਡੇ ਕੋਲ ਸਾਰੇ ਕ੍ਰੈਡੈਂਸ਼ੀਅਲਸ ਹੈਗੇ ਆ, ਤਾਂ ਫਿਰ ਉਹ ਇੱਕ ਇੰਪ੍ਰੈਸ਼ਨ ਛੱਡ ਜਾਂਦੀ ਹੈ, ਫਿਰ ਉਹਨਾਂ ਨੂੰ ਜ਼ਿਆਦਾ ਚੇਤੇ ਰਹਿੰਦਾ ਆ ਇੱਕ ਸਮੇਂ। ਇਸ ਗੱਲ ਦੀ ਕੋਈ ਕਮੀ ਤੁਸੀਂ ਕਦੀ ਮਹਿਸੂਸ ਨਹੀਂ ਕੀਤੀ? ਤਰਨਜੀਤ ਜੀ, ਸਾਨੂੰ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ। ਅਸੀਂ ਚਾਹਾਂਗੇ ਅਸੀਂ ਆਪਣੇ ਸਾਰੇ ਯੰਗ ਬੰਦਿਆਂ ਨੂੰ, ਉਹਨਾਂ ਦੇ ਪੇਰੈਂਟਸ ਨੂੰ ਇਹ ਤਰਨਜੀਤ ਜੀ ਨਾਲ ਕੰਟੈਕਟ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਤਰਨਜੀਤ, ਤੁਸੀਂ ਆਪਣਾ ਕੋਈ ਈਮੇਲ ਵਗੈਰਾ ਦੱਸ ਸਕਦੇ ਹੋ? ਹਾਂਜੀ, ਤੁਸੀਂ ਮੈਨੂੰ ਈਮੇਲ ਕਰ ਸਕਦੇ ਆ reachtaranjitsingh@gmail.com, ਅਤੇ ਮੈਂ ਆਪਣੀ ਫੁੱਲ ਕੋਸ਼ਿਸ਼ ਕਰੂੰਗਾ ਕਿ ਤੁਹਾਡਾ ਕਿਸੇ ਵੀ ਤਰ੍ਹਾਂ ਹੈਲਪ ਕਰ ਸਕਾਂ। ਅਤੇ ਕੋਈ ਵੀ ਸਾਡੇ ਜੋ ਯੰਗ ਬੰਦੇ ਕੋਈ ਗਾਈਡੈਂਸ ਚਾਹਣ, ਕੋਈ ਮੈਂਟਰਸ਼ਿਪ ਚਾਹਣ, ਅਤੇ ਤੁਸੀਂ ਉਹਨਾਂ 'ਚ ਹੈਲਪ ਕਰੋਗੇ? ਹਾਂਜੀ, ਡੈਫੀਨੇਟਲੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਸੀ ਜੀ ਅੱਜ ਦਾ ਐਪੀਸੋਡ। ਤਰਨਜੀਤ ਸਿੰਘ ਜੀ, ਅਸੀਂ ਤੁਹਾਨੂੰ ਇਨਕਰੇਜ ਕਰਾਂਗੇ ਕਿ ਤੁਸੀਂ ਇਹਨਾਂ ਨੂੰ ਰੀਚ ਆਊਟ ਕਰੋ। ਇਹਨਾਂ ਦਾ ਈਮੇਲ ਇਹਨਾਂ ਨੇ ਦੱਸਿਆ ਹੈ, ਔਰ ਅਸੀਂ ਇਸ ਨੂੰ ਡਿਸਪਲੇ ਵੀ ਕਰਾਂਗੇ, ਅਤੇ ਇਹ ਤੁਸੀਂ ਪਲੀਜ਼ ਇਹ ਐਫਰਟ ਕਰੋ, ਐਂਡ ਤੁਸੀਂ ਆਪਣੀ ਲਾਈਫ ਆਪ ਇੰਪਰੂਵ ਕਰ ਸਕਦੇ ਹੋ। ਮੈਂ ਆਪਣੇ ਸਾਰੇ ਯੰਗ ਭਰਾਵਾਂ ਨੂੰ, ਭੈਣਾਂ ਨੂੰ ਇਹੀ ਕਹਾਂਗਾ ਕਿ ਇਹ ਟਾਈਮ ਹੈਗਾ, ਜੋ ਵੀ ਤੁਸੀਂ ਕਰਨਾ ਚਾਹੋ, ਇਸ ਦੀ ਕੋਈ ਲਿਮਿਟ ਨਹੀਂ ਹੈਗੀ ਹੈ। ਥੈਂਕ ਯੂ ਵੈਰੀ ਮੱਚ। ਥੈਂਕ ਯੂ। ਸੀ ਯੂ ਨੈਕਸਟ ਟਾਈਮ।